ਲੜੀਵਾਰ ਚੱਲ ਰਹੇ ਪ੍ਰਸੰਗ ਸਰਵਨ ਕਰ ਰਹੇ। ਸੋ ਜਿਸ ਪ੍ਰਕਾਰ ਪਿਤਾ ਮਹਿਤਾ ਕਾਲੂ ਜੀ ਨੇ ਬੇਬੇ ਨਾਨਕੀ ਜੀ ਦਾ ਜੋ ਵਿਆਹ ਸੀ ਉਹ ਦੀਵਾਨ ਭਾਈ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਦੇ ਵਿੱਚ ਕਰਨਾ ਕੀਤਾ। ਉਸ ਪਿਆਰੀ ਕਥਾ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਦੇ ਅਗਲੇਰੇ ਪ੍ਰਕਰਨਾਂ ਦੇ ਨਾਲ ਆਪਾਂ ਸਾਰੇ ਜੁੜੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰ ਇਤਿਹਾਸ ਨਾਲ ਜੁੜਦਿਆਂ ਹੋਇਆਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਲਖ ਨਾ ਸਕਹਿ ਅਨਜਾਨ ਬਕਹਿ ਸੇ ਅਸ ਮਿਲ ਪਰਸਪਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਐਸਾ ਪਰਦਾ ਪਾ ਲੈਂਦੇ ਨੇ ਗੁਰੂ ਪਾਤਸ਼ਾਹ ਮਹਾਰਾਜ ਆਪਣੀ ਵਡਿਆਈ 'ਤੇ ਕਿ ਕੋਈ ਵੀ ਜਿਹੜਾ ਉਹ ਸਤਿਗੁਰੂ ਪਾਤਸ਼ਾਹ ਨੂੰ ਸਮਝ ਨਹੀਂ ਸਕਦਾ। ਪਰ ਜਦੋਂ ਪਰਸਪਰ ਲੋਕ ਆਪਸ ਵਿੱਚ ਮਿਲਦੇ ਨੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਬੋਲਦੇ ਹਨ। ਕਾਜ ਕਠਨ ਜਗ ਜਾਨ ਬਿਨ ਮਤ ਹੋਏ ਨਾ ਆਵਈ। ਸੋ ਇਸ ਤਰ੍ਹਾਂ ਕਹਿਣ ਲੱਗੇ ਕਾਜ ਕਠਨ ਜਗ ਜੀ ਜਾਨ ਕਿ ਇਹ ਜਗਤ ਦੇ ਵਿੱਚ ਭਾਵ ਕਿ ਜਾਣਨ ਤੋਂ ਬਿਨਾ ਜਿਹੜਾ ਕੰਮ ਕਰਨਾ ਹੁੰਦਾ ਉਹ ਬੜਾ ਕਠਿਨ ਹੁੰਦਾ ਹੈ ਅਤੇ ਉਹਦੇ ਵਾਸਤੇ ਬੰਦੇ ਨੂੰ ਜਿਹੜੀ ਹੈ ਉਹ ਸਮਝ ਵੀ ਚਾਹੀਦੀ ਹੈ। ਸ਼੍ਰੀ ਬੇਦੀ ਕੁਲ ਚੰਦ ਰਹਿਤ ਸਮਾਨ ਸੁਭਾਏ ਮੈਂ। ਸੋ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਬੇਦੀ ਕੁਲ ਦੇ ਸਿਰਮੌਰ ਸ਼੍ਰੋਮਣੀ ਨੇ ਅਤੇ ਮਹਾਰਾਜ ਇੱਕ ਸੁਭਾਅ ਦੇ ਵਿੱਚ ਹੀ ਭਾਵ ਰਹਿੰਦੇ ਨੇ, ਇੱਕ ਸਮਾਨ। ਉਹ ਉੱਚਾ ਨੀਵਾਂ ਨਹੀਂ ਹੁੰਦੇ, ਕਦੇ ਗੁੱਸਾ ਗਿਲਵਾ ਸ਼ਿਕਵਾ ਉਹਨਾਂ ਦੇ ਜੀਵਨ ਵਿੱਚ ਨਹੀਂ ਆਉਂਦਾ। ਕਮਲਨ ਸੇ ਮਤਿ ਮੰਦ ਕੈਸੇ ਸਕਹਿ ਪਛਾਨ ਸੋ। ਪਰ ਜਿਹੜੇ ਗੁਰੂ ਪਾਤਸ਼ਾਹ ਮਹਾਰਾਜ ਕਮਲਵੱਤ ਨੇ, ਕਮਲ ਫੁੱਲ ਵਰਗੇ ਨੇ, ਅਤੇ ਜਿਹੜੇ ਭੈੜੀ ਮੱਤ ਵਾਲੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਖੋਟ ਧਾਰਨ ਕੀਤਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਵੇਂ ਪਹਿਚਾਣ ਕਰ ਸਕਦੇ ਨੇ, ਭਾਵ ਕਿ ਉਹ ਗੁਰੂ ਦੀ ਵਡਿਆਈ ਕਿਵੇਂ ਜਾਣ ਸਕਦੇ ਹਨ। ਧਰਮ ਤੁਰਹੀਨ ਅਗਾਧ ਅਸਵਿਦ ਸਮਾ ਬਿਤਾਵਈ। ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿਹੜੇ ਧਰਮ ਦੇ ਧਾਰਨ ਕਰਨ ਵਾਲੇ ਨੇ, ਅਗਾਧ ਪੁਰਸ਼ ਨੇ। ਇਸ ਜੁਗਤੀ ਅਨੁਸਾਰ ਕੋਈ ਵਿਰਲਾ ਜਾਣੇ, ਭਾਵ ਕਿ ਐਸੇ ਸਤਿਗੁਰੂ ਪਾਤਸ਼ਾਹ ਜਿਹੜੇ ਆਪਣੇ ਆਪ ਨੂੰ ਜਤਾਉਂਦੇ ਨਹੀਂ, ਆਪਣੇ ਆਪ ਨੂੰ ਪ੍ਰਗਟ ਨਹੀਂ ਕਰਦੇ। ਜਲ ਕਰ ਆਇਓ ਸਾਧ ਏਕ ਦਿਵਸ ਤਲਵੰਡਿਕਾ। ਸਮਾਂ ਹੁੰਦਾ ਹੈ, ਸਮਾਂ ਹੀ ਗੁਰੂ ਪਾਤਸ਼ਾਹ ਨੂੰ ਪ੍ਰਗਟ ਕਰਦਾ ਹੈ। ਕਦੀ ਆਪ ਨਹੀਂ ਆਪਣੇ ਆਪ ਨੂੰ ਜਗਤ ਦੇ ਵਿੱਚ ਜ਼ਾਹਿਰ ਕੀਤਾ। ਸੋ ਸਮਾਂ ਬਣਿਆ ਇੱਕ ਕੋਈ ਮਹਾਤਮਾ ਸਾਧੂ ਜਿਹੜਾ ਹੈ ਉਹ ਚੱਲ ਕੇ ਰਾਏ ਭੋਏ ਦੀ ਤਲਵੰਡੀ ਆਇਆ। ਕਬਿਤ ਰੀਤ ਤਨ ਸੰਤ ਕੀ ਅਤੀਤ ਬੈਠੋ ਆਨ। ਸੋ ਇਹਦਾ ਜਿਹੜਾ ਸਰੀਰ ਹੈ ਨਾ, ਸਰੀਰ ਬਾਹਰੀ ਰੂਪ ਤੇ ਜਿਹੜਾ ਹੈ ਉਹ ਸੰਤ ਰੂਪ ਬਣਾਇਆ ਤੇ ਤਲਵੰਡੀ ਦੇ ਬਾਰ-ਬਾਰ ਆ ਕੇ ਨੇ ਆਪਣਾ ਆਸਨ ਲਾਇਆ। ਇੱਕ ਨਗਰ ਬਹਿਰ ਬਰ ਆਸਨ ਡਸਾਏ ਕੇ। ਬਾਹਰ ਆਸਨ ਲਾ ਕੇ ਆਪਣਾ ਇਹਨੇ ਜਿਹੜਾ ਹੈ ਉਸ ਆਸਨ ਤੇ ਬੈਠ ਗਿਆ, ਆਪਣਾ ਟਿਕਾਣਾ ਕਰ ਲਿਆ। ਤਾਹੀ ਸਮੇਂ ਸਹਿਜ ਸੁਭਾਏ ਕਹੇ ਨਾਨਕ ਜੀ। ਸੋ ਇਸ ਤਰ੍ਹਾਂ ਵਾਹਿਗੁਰੂ ਜੀ ਦੀ ਰਜ਼ਾ ਅਨੁਸਾਰ ਕਿਤੇ ਉਸੇ ਸਮੇਂ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਇਸ ਜਿਹੜੇ ਪਾਸੇ ਮਹਾਤਮਾ ਆ ਕੇ ਬੈਠਾ ਮਹਾਰਾਜ ਜੀ ਆ ਗਏ। ਐਸੇ ਕਰਤਾਰ ਕਰਤਾਰ ਤਾ ਸੁਨਾਏ ਕੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਤਰ੍ਹਾਂ ਸਤ ਕਰਤਾਰ ਕਰਕੇ
ਇਸ ਮਹਾਤਮਾ ਜੀ ਦੇ ਕੋਲ ਬੈਠ ਗਏ। कंचन की मुद्रिका सुहाए क्षुद्र आंगुरी में। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇੱਕ ਹੱਥ ਦੇ ਵਿੱਚ ਛੋਟੀ ਉਂਗਲ ਦੇ ਵਿੱਚ ਜਿਹੜੀ ਸੋਨੇ ਦੀ ਮੁੰਦਰੀ ਜਿਹੜੀ ਸ਼ੋਭ ਰਹੀ ਹੈ लोटा हाथ लिए उपकारी जे सुभाए के। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੱਥ ਦੇ ਵਿੱਚ ਇੱਕ ਦੇ ਲੋਟਾ ਫੜਿਆ ਹੋਇਆ ਸੀ। ਐਸੇ ਪਰਉਪਕਾਰੀ ਜਗਤ ਦਾ ਭਲਾ ਕਰਨ ਵਾਲੇ ਮਾਲਕ ਜੀ। ਬੂਝਤ ਅਤੀਤ ਕੋਨ ਨਾਮ ਤੋਂ ਬਰਨ ਰੀਤ। ਤੇ ਇਹ ਜਿਹੜਾ ਅਤੀਤ ਮਹਾਤਮਾ ਸਾਧੂ ਸੀ ਇਹਨੇ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ, ਕਿ ਤੁਹਾਡਾ ਨਾਮ ਕੀ ਹੈ, ਕਿਹੜੇ ਵਰਨ ਦੇ ਹੋ। ਇਸ ਸਾਧੂ ਮਹਾਤਮਾ ਨੇ ਪੁੱਛਿਆ। ਕਹੋ ਪ੍ਰਤੀਤ ਨਿਜ ਚੀਤ ਕੀ ਜਨਾਇ ਕੈ। ਸੋ ਇਸ ਤਰ੍ਹਾਂ ਭਾਵ ਕਿ ਤੁਸੀਂ ਆਪਣੇ ਬਾਰੇ ਸਾਨੂੰ ਦੱਸਣਾ ਕਰੋ ਕਿ ਤੁਸੀਂ ਕੌਣ ਹੋ। ਭਾਵ ਕਿ ਆਪਣਾ ਜਿਹੜਾ ਪ੍ਰਮਾਣ ਹੈ, ਭਾਵ ਕਿ ਸਾਡੀ ਗੱਲ ਦਾ ਉੱਤਰ ਦਵੋ। ਨਾਨਕ ਹੈ ਨਾਮ ਨਿਰੰਕਾਰੀ ਪੇਖ ਜਾਨ। ਤੇ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿ ਕਿ ਸਾਡਾ ਨਾਮ ਜਿਹੜਾ ਹੈ ਉਹ ਨਾਨਕ ਨਿਰੰਕਾਰੀ ਹੈ। ਭਾਵ ਕਿ ਅਸੀਂ ਉਸ ਮਾਲਕ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੇ ਹਾਂ। ਖਤਰੀ ਕੀ ਜਾਤ ਗੋਤ ਬੇਦੀ ਮਮ ਜਾਣੀਐ। ਤੇ ਇਸ ਤਰ੍ਹਾਂ ਫਿਰ ਕਹਿਣ ਲੱਗੇ ਕਿ ਖੱਤਰੀ ਕੁਲ ਦੇ ਵਿੱਚ ਬੇਦੀ ਜਿਹੜੀ ਹੈ ਉਹ ਸਾਡੀ ਭਾਵ ਕੇ ਜਾਤ ਹੈ। ਕਹੇ ਸੰਤ ਵਾਕ ਤੁਮ ਆਪ ਨਿਰੰਕਾਰੀ ਭਏ। ਤੇ ਹੁਣ ਇਸ ਤਰ੍ਹਾਂ ਇਹ ਜਿਹੜਾ ਸੰਤ ਜਿਹੜਾ ਮਹਾਤਮਾ ਸੀ ਉਹਨੇ ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਆਪ ਨਿਰੰਕਾਰ ਬਣ ਕੇ ਬੈਠ ਗਏ ਹੋ। ਇਸ ਤਰ੍ਹਾਂ ਹੁਣ ਇਸ ਮਹਾਤਮਾ ਨੇ ਮਹਾਰਾਜ ਜੀ ਨੂੰ ਬਚਨ ਕਹਿਣਾ ਕੀਤੇ। ਉੱਤਰ ਬਤਾਏ ਹਮ ਕੌਣ ਤੇ ਪ੍ਰਮਾਨੀਐ। ਸੋ ਇਸ ਤਰ੍ਹਾਂ ਕਹਿਣ ਲੱਗੇ ਕਿ ਸਾਨੂੰ ਤੁਸੀਂ ਆਪਣਾ ਜਿਹੜੇ ਤੁਸੀਂ ਨਿਰੰਕਾਰੀ ਆਪਣੇ ਆਪ ਨੂੰ ਦੱਸਿਆ ਕਹਿ ਇਹਦੇ ਬਾਰੇ ਸਾਨੂੰ ਉੱਤਰ ਦੇਣਾ ਕਰੋ। ਰਾਵਰ ਤੋਂ ਸੰਤ ਰੂਪ ਮਤੁ ਹੈ ਅਨੂਪ। ਤੇ ਉਸ ਵਕਤ ਕਹਿਣ ਲੱਗੇ ਆਪ ਜੀ ਤਾਂ ਸੰਤ ਰੂਪ ਭਾਵ ਕੇ ਬੜੇ ਅਨੂਪ ਸ਼ੁਭ ਬਣੇ ਹੋ। शुभ पए निरंकार हूँ के भेद न पछानिए। ਸੋ ਇਸ ਤਰ੍ਹਾਂ ਫਿਰ ਕਹਿਣ ਲੱਗੇ ਕਿ ਆਪ ਜੀ ਨਿਰੰਕਾਰ ਜੀ ਦੇ ਭੇਦ ਨੂੰ ਭਾਵ ਕੇ ਪਹਿਚਾਣਦੇ ਨਹੀਂ। ਉਸ ਸੱਚ ਦੀ ਜਿਹੜੀ ਆਪ ਨੇ ਪਹਿਚਾਣ ਨਹੀਂ ਕੀਤੀ। ऐसे कहे वाक लीनी करते उतार छाप। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਮਹਾਤਮਾ ਜੀ ਆਪ ਸੰਤ ਰੂਪ ਤੁਸੀਂ ਸਾਨੂੰ ਸਾਰਾ ਕੁਝ ਪੁੱਛ ਰਹੇ ਹੋ ਪਰ ਨਿਰੰਕਾਰ ਜੀ ਦੇ ਭੇਦ ਦਾ ਤੁਹਾਨੂੰ ਪਤਾ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਹ ਜਦੋਂ ਬਚਨ ਕਹਿ ਤੇ ਆਪਣੇ ਹੱਥ ਤੋਂ ਜਿਹੜੀ ਸੀ ਨਾ ਉਂਗਲ ਤੋਂ ਛਾਪ ਉਤਾਰ ਲਈ। लोटे के समेत तागे दीनी सुखदानी है। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲੋਟੇ ਸਮੇਤ ਤੇ ਜਿਹੜੀ ਛਾਪ ਸੀ ਇਸ ਮਹਾਤਮਾ ਨੂੰ ਦੇਣਾ ਕੀਤੀ। काहे पुन संत हमें पहुंची सो लेख अब। ਤੇ ਉਸ ਵੇਲੇ ਅੱਗੋਂ ਮਹਾਤਮਾ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਨੂੰ ਇਹ ਦੇ ਦਿੱਤੀ ਭਾਵ ਕਿ ਇਹ ਸਾਡੇ ਕੋਲ ਪਹੁੰਚ ਗਈ ਭਾਵ ਕਿ ਅਸੀਂ ਇਹਨੂੰ ਪ੍ਰਵਾਨ ਕਰ ਲਿਆ ਹੈ। नहीं मोहे काम निज ताम ले सिधाई है। ਪਰ ਕਹਿਣ ਲੱਗੇ ਇਹ ਸਾਡੇ ਕਿਸੇ ਕੰਮ ਦੀ ਨਹੀਂ। ਅਸੀਂ ਇਸ ਦਾ ਕੀ ਕਰਨਾ ਹੈ, ਸਾਡੇ ਕਿਸੇ ਕੰਮ ਨਹੀਂ ਆਉਣੀ। ਭਾਵ ਕਿ ਇਹ ਸੰਸਾਰੀਆਂ ਕੋਲ ਸ਼ੋਭਦੀ ਹੈ, ਤੁਹਾਡੇ ਦੇਣ ਤੋਂ ਬਿਨਾਂ ਹੀ ਸਾਡੇ ਕੋਲ ਪਹੁੰਚ ਗਈ। ਇਸ ਤਰ੍ਹਾਂ ਮਹਾਰਾਜ ਜੀ ਨੂੰ ਜਿਹੜੇ ਇਹ ਸੰਤ ਸਾਨੇ ਨਾ ਬਚਨ ਕਹੇ। एक बार दे कर ताहे को सो लेख हम। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਜੋ ਕੁਝ ਅਸੀਂ ਇੱਕ ਵਾਰ ਜਿਹਨੂੰ ਦੇ ਦਿੰਦੇ ਆ ਫਿਰ ਉਹਦੇ ਕੋਲੋਂ ਦੁਬਾਰੇ ਨਹੀਂ ਲੈਂਦੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਆਖੇ। लेत कर लेत जौन धर्म ल जाइए। ਤੇ ਫਿਰ ਕਹਿਣ ਲੱਗੇ ਕਿ ਜਿਹੜਾ ਦੇਖ ਕੇ ਬਾਅਦ ਵਿੱਚ ਫਿਰ ਲੈ ਲਏ ਇਹ ਧਰਮੀ ਬੰਦੇ ਦੀ ਨਿਸ਼ਾਨੀ ਨਹੀਂ।
ਇਹ ਪਰਉਪਕਾਰੀ ਬੰਦੇ ਦੀ ਨਿਸ਼ਾਨੀ ਨਹੀਂ ਕਿ ਜੋ ਕੁਝ ਆਪਣੇ ਕੋਲੋਂ ਇੱਕ ਵਾਰ ਦੇ ਦਿੱਤਾ ਤੇ ਫਿਰ ਉਹਨੂੰ ਵਾਰ-ਵਾਰ ਲੈਣਾ। ਮਹਾਰਾਜ ਕਹਿੰਦੇ ਅਸੀਂ ਐਸਾ ਨਹੀਂ ਕਰ ਸਕਦੇ। ਹੋਏ ਕੇ ਪ੍ਰਸੰਨ ਸੰਤ ਕਹਿਤ ਪ੍ਰਛੰਨ ਭੇਖ। ਸੋ ਇਸ ਤਰ੍ਹਾਂ ਇਹ ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਜਿਹੜੇ ਇਹ ਸੰਤ ਸਨ ਇਹ ਪ੍ਰਸੰਨ ਹੋ ਗਏ ਤੇ ਕਹਿਣ ਲੱਗੇ ਕਿ ਗੁਰੂ ਪਾਤਸ਼ਾਹ ਜੀ ਗੁਪਤ ਰੂਪ ਦੇ ਵਿੱਚ ਆਪ ਮਾਲਕ ਦੀ ਜਿਹੜੀ ਹੈ ਉਹ ਖਬਰਸਾਰ ਲੈਂਦੇ ਰਹਿੰਦੇ ਹੋ। ਨਿਤ ਕਰਤਾਰ ਸੁਧ ਐਸੇ ਜਾਣ ਪਾਈ ਹੈ। ਸੋ ਇਸ ਤਰ੍ਹਾਂ ਇਸ ਮਹਾਤਮਾ ਨੂੰ ਪ੍ਰਤੀਤ ਹੋ ਗਿਆ, ਇਹਨੂੰ ਸਮਝ ਪੈ ਗਈ ਕਿ ਇਹ ਆਪ ਹੀ ਪਰਮੇਸ਼ਰ ਦਾ ਰੂਪ ਹਨ। ਸੰਤ ਤਬ ਚਲਿਓ ਗਇਓ ਨਾਨਕ ਸਦਨ ਆਇਓ। ਸੋ ਇਸ ਤਰ੍ਹਾਂ ਫਿਰ ਇਹ ਜਿਹੜਾ ਮਹਾਤਮਾ ਸੀ ਥੋੜੇ ਸਮੇਂ ਵਿੱਚ ਇਹਦੀ ਕਲਿਆਣਤਾ ਹੋ ਗਈ, ਬਹੁਤਾ ਜ਼ਿਆਦਾ ਸਮਾਂ ਨਾ ਲੱਗਾ। ਹੁਣ ਇਹ ਤਾਂ ਆਪਣੇ ਰਸਤੇ ਨੂੰ ਚਾਲੇ ਪਾ ਦਿੱਤੇ ਤੇ ਮਹਾਰਾਜ ਆਪਣੇ ਘਰ ਆ ਗਏ। ਸੁੰਦਰ ਬਦਨ ਨਿਜ ਸਿਖ ਸੁਖਦਾਈ ਹੈ। ਐਸਾ ਸੁੰਦਰ ਸਰੂਪ ਮਹਾਰਾਜ ਜੀ ਦਾ ਜਿਹੜਾ ਜਗਤ ਦੀ ਕਲਿਆਣਤਾ ਦੇ ਵਾਸਤੇ ਹੈ, ਭਾਵ ਕਿ ਐਸੇ ਮਾਲਕ ਜੀ ਆਪਣੇ ਘਰ ਆਏ। ਕਾਲੂ ਕਰ ਦੇਖ ਕਹਿਓ ਕੋਪ ਮੈਂ ਬਿਸੇਖ। ਤੇ ਜਦੋਂ ਪਿਤਾ ਮਹਿਤਾ ਕਾਲੂ ਜੀ ਨੇ ਵੇਖਿਆ ਗੁਰੂ ਪਾਤਸ਼ਾਹ ਜੀ ਘਰ ਆਏ ਤੇ ਜਦੋਂ ਵੇਖਿਆ ਕਿ ਹੱਥ ਦੇ ਵਿੱਚ ਇਹਨਾਂ ਦੇ ਭਾਵ ਕਿ ਪਹਿਲਾਂ ਛਾਪ ਪਾਈ ਸੀ ਉਹ ਨਹੀਂ ਹੋਈ ਤੇ ਬੜੇ ਗੁੱਸੇ ਹੋਏ। ਮੁਖ ਪਾਖੇ ਦੁਰਬਾਚ ਅਬ ਸਾਚ ਕਹੋ ਮੋਹਿ ਕੋ। ਪਿਤਾ ਜੀ ਕਹਿਣ ਲੱਗੇ ਕਿ ਮੈਨੂੰ ਸੱਚ-ਸੱਚ ਦੱਸੋ ਕਿ ਜੋ ਤੁਸੀਂ ਕਰਕੇ ਆਏ ਹੋ। ਇਸ ਤਰ੍ਹਾਂ ਜਿਹੜੇ ਨਾ ਕਠੋਰ ਬਚਨ ਜਿਹੜੇ ਸਨ ਪਿਤਾ ਜੀ ਨੇ ਬੋਲੇ। ਲੋਟਾ ਤੇ ਗਵਾਏ ਛਾਪ ਦੀਨੀ ਕੋ ਨ ਜਾਏ ਸੁਤ। ਪਿਤਾ ਜੀ ਕਹਿਣ ਲੱਗੇ ਕਿ ਲੋਟਾ ਜਿਹੜਾ ਸੀ ਉਹ ਕਿੱਥੇ ਗਵਾ ਕੇ ਆਂਦਾ ਹੈ, ਜਿਹੜੀ ਛਾਪ ਸੀ ਉਹ ਕਿਹਨੂੰ ਦੇ ਦਿੱਤੀ ਹੈ। ਸਦਾ ਦੁਖਦਾਏ ਮਤ ਆਵਤ ਨਾ ਤੋਹਿ ਕੋ। ਤੇ ਕਹਿਣ ਲੱਗੇ ਕਿ ਸਦਾ ਹੀ ਤੁਸੀਂ ਸੁਖ ਦੁਖਦਾਈ ਬਣੇ ਹੋ ਮੇਰੇ ਵਾਸਤੇ, ਇੱਕ ਵੀ ਗੱਲ ਜਿਹੜੀ ਹੈ ਚੰਗੀ ਧਾਰਨ ਨਹੀਂ ਕਰਦੇ। ਕਹਾਂ ਲੋ ਪੁਕਾਰੋ ਨਹਿ ਲੀਨ ਤੇ ਸਮਾਰੋ। ਉਸ ਵੇਲੇ ਕਹਿਣ ਲੱਗੇ ਕਿ ਹੁਣ ਮੈਂ ਕਿੱਥੋਂ ਜਾ ਕੇ ਕਿੱਥੋਂ ਤੱਕ ਜਿਹੜੀ ਹੈ ਉਹ ਪੁਕਾਰ ਕਰਾਂ, ਭਾਵ ਕਿ ਤੁਸੀਂ ਕਿਸੇ ਵੀ ਵਸਤੂ ਨੂੰ ਚੀਜ਼ ਨੂੰ ਸੰਭਾਲਦੇ ਨਹੀਂ। ਕੌਣ ਕੀਨ ਜੋ ਉਜਾਰੋ ਮਨ ਕਹਿਓ ਜੇ ਨਾ ਪੋਹੇ ਕੋ। ਤੇ ਫਿਰ ਕਹਿਣ ਲੱਗੇ ਕਿਉਂ ਮੇਰੇ ਘਰ ਦਾ ਜਿਹੜਾ ਹੈ ਉਹ ਤੁਸੀਂ ਉਜਾੜਾ ਕਰ ਰਹੇ ਹੋ ਤੇ ਮੇਰਾ ਕਹਿਆ ਹੋਇਆ ਜਿਹੜਾ ਬਚਨ ਹੈ ਪਿਤਾ ਜੀ ਕਹਿੰਦੇ ਤੁਸੀਂ ਮੰਨਦੇ ਨਹੀਂ। ਇੱਛਾ ਜਿਹੇ ਜਈਏ ਹਮ ਤਾਮ ਹੂ ਨਾ ਆਈਐ। ਤੇ ਫਿਰ ਕਹਿਣ ਲੱਗੇ ਕਿ ਜਿੱਥੇ ਤੁਹਾਡੀ ਇੱਛਾ ਹੈ ਨਾ ਤੁਸੀਂ ਉੱਥੇ ਚਲੇ ਜਾਓ। ਦੁਆਰੇ ਫਿਰ ਕਹਿਣ ਲੱਗੇ ਮੇਰੇ ਕੋਲ ਨਾ ਆਇਆ ਜੇ। ਨਿਜ ਖਈਏ ਜੋ ਕਮਈਏ ਕਹਿਓ ਹਿਰਦੇ ਪਰ ਛੋਹੇ ਕੋ। ਸੋ ਇਸ ਤਰ੍ਹਾਂ ਕਹਿਣ ਲੱਗੇ ਕਿ ਫਿਰ ਜੋ ਤੁਸੀਂ ਕਮਾਓਗੇ ਆਪਣੇ ਪੈਰਾਂ ਤੇ ਖੜੇ ਹੋਵੋਗੇ ਤੇ ਉਸੇ ਦਾ ਹੀ ਫਿਰ ਤੁਸੀਂ ਭੋਜਨ ਆਹਾਰ ਜਿਹੜਾ ਨਾ ਉਹ ਛਕ ਲਿਆ ਜੇ। ਛੋਟੀ ਜੋ ਕਮਾਈ ਤੇਰੀ ਦੀਨੀ ਤੇ ਗਵਾਬ ਮੇਰੀ। ਤੇ ਉਸ ਵਕਤ ਇਸ ਤਰ੍ਹਾਂ ਪਿਤਾ ਜੀ ਕਹਿਣ ਲੱਗੇ ਕਿ ਜਿਹੜੀ ਤੁਹਾਡੀ ਕਮਾਈ ਹੈ ਨਾ ਉਹਨੂੰ ਮੈਂ ਛੱਡ ਦਿੱਤਾ, ਕਹਿਣ ਤੁਸੀਂ ਤੇ ਮੇਰੀ ਵੀ ਕਮਾਈ ਜਿਹੜੀ ਉਹਨੂੰ ਗਵਾਈ ਜਾਂਦੇ ਹੋ। ਬਨਜ ਵਿਵਹਾਰ ਕੀ ਨਾ ਮਤ ਤੇਰੇ ਪਾਸ ਹੈ। ਤੁਸੀਂ ਜਿਹੜਾ ਵਣਜ ਵਪਾਰ ਕਰਨਾ ਨਾ ਕੋਈ ਚੰਗਾ ਕਰਮ ਕਰਨਾ ਉਹਦੇ ਵੱਲ ਤੁਸੀਂ ਧਿਆਨ ਨਹੀਂ ਦਿੰਦੇ, ਉਸ ਗੱਲ ਨੂੰ ਤੁਸੀਂ ਆਪਣੇ ਜੀਵਨ ਵਿੱਚ ਨਹੀਂ ਲੈ ਕੇ ਆਉਂਦੇ। ਤੂਸਨੀ ਕਰਤ ਹੋਂ ਬੋਲਤ ਖਪਤ ਨਿਤ। ਤੇ ਉਸ ਵੇਲੇ ਕਹਿਣ ਲੱਗੇ ਜਦੋਂ ਮੈਂ ਤੁਹਾਨੂੰ ਕੁਛ ਆਖਦਾ ਹਾਂ, ਪਿਤਾ ਜੀ ਕਹਿੰਦੇ ਤੇ ਅੱਗੋਂ ਗੁਰੂ ਨਾਨਕ ਸਾਹਿਬ ਮਹਾਰਾਜ ਚੋਪੀ ਕਰ ਜਾਂਦੇ, ਬੋਲਦੇ ਨਹੀਂ। ਤੇ ਪਿਤਾ ਮਹਿਤਾ ਕਾਲੂ ਜੀ ਫਿਰ ਉੱਚੀ ਉੱਚੀ ਬੋਲੀ ਜਾਂਦੇ ਹਨ। ਮਾਨਤ ਨਾ ਬਾਤ ਕਿਦੋਂ ਦੁਖ ਹੀ ਕੀ ਰਾਸ ਹੈ। ਇਸ ਤਰ੍ਹਾਂ ਕਹਿੰਦੇ ਤੁਸੀਂ ਮੇਰੀ ਕੋਈ ਵੀ ਗੱਲ ਨਹੀਂ ਮੰਨਦੇ, ਮੇਰੇ ਵਾਸਤੇ ਤੇ ਤੁਸੀਂ ਦੁੱਖਾਂ ਦੇ ਘਰ ਬਣ ਗਏ ਹੋ। ਰਾਏ ਸੰਗ ਧਾਏ ਜਾਏ ਕਹਿਓ ਕਾਹੂ ਭੇਦ ਸਭ। ਸੋ ਇਸ ਤਰ੍ਹਾਂ ਹੁਣ ਜਦੋਂ ਇਹ ਬਚਨ ਸਾਰੇ ਕਹਿ
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਰਾਜਾ ਰਾਏ ਬੁਲਾਰ ਦੇ ਕੋਲ ਚਲੇ ਗਏ ਕਾਲੂ ਕੋ ਬੁਲਾਏ ਰਾਏ ਲੀਨ ਤਬ ਆਸ ਹੈ। ਤੇ ਸਾਰੀ ਖਬਰਸਾਰ ਜਿਹੜੀ ਹੈ ਨਾ ਉਹ ਜਾ ਕੇ ਦੱਸਣਾ ਕੀਤੀ ਤੇ ਰਾਜਾ ਰਾਏ ਬੁਲਾਰ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਬੁਲਾ ਲਿਆ ਕਹਾਂ ਤੋਹ ਪਇਓ ਨਹਿ ਮਾਨੇ ਕੇ ਮ ਕਹਿਓ। ਤੇ ਅੱਗੋਂ ਪਿਤਾ ਜੀ ਜੀ ਨੂੰ ਐਸਾ ਬਚਨ ਆਖਿਆ ਰਾਏ ਬੁਲਾਰ ਨੇ ਕਿ ਤੁਸੀਂ ਮੇਰਾ ਕਹਿਆ ਹੋਇਆ ਜਿਹੜਾ ਬਚਨ ਹੈ ਨਾ ਉਹ ਮੰਨਦੇ ਨਹੀਂ। ਮੈਂ ਤੁਹਾਨੂੰ ਬਹੁਤ ਵਾਰ ਸਮਝਾਇਆ ਹੈ ਬਹੁ ਪ੍ਰਾਕ ਸਮਝਿਓ ਤੇਰੋ ਗਇਓ ਵਿਸ਼ਵਾਸ ਹੈ। ਤੇ ਰਾਜਾ ਰਾਏ ਬੁਲਾਰ ਜੀ ਕਹਿਣ ਲੱਗੇ ਪਿਤਾ ਜੀ ਮੈਂ ਤੁਹਾਨੂੰ ਬਹੁਤ ਪਿਆਰ ਦੇ ਨਾਲ ਸਮਝਾਇਆ ਪਰ ਤੁਸੀਂ ਮੇਰਾ ਜਿਹੜਾ ਬਚਨ ਨਹੀਂ ਮੰਨਦੇ। ਮੇਰਾ ਜਿਹੜਾ ਭਰੋਸਾ ਸੀ ਉਹ ਤੁਸੀਂ ਸਾਰਾ ਤੋੜ ਦਿੱਤਾ। ਦੋਹਰਾ ਪੱਥਰ ਤੇ ਨਿਠਰੋ ਅਧਿਕ। ਤੇ ਇਸ ਤਰ੍ਹਾਂ ਕਹਿਣ ਲੱਗੇ ਕਿ ਤੁਸੀਂ ਪੱਥਰ ਦੇ ਨਾਲੋਂ ਵੀ ਮੈਨੂੰ ਕਠੋਰ ਲੱਗਦੇ ਹੋ। ਜਲ ਮਮ ਬਚ ਕਿਮ ਭੇਦ। ਭਾਵ ਕਿ ਜਿਹੜੇ ਮੇਰੇ ਬਚਨ ਨੇ ਉਹ ਪਾਣੀ ਵਰਗੇ ਨੇ। ਭਾਵ ਉਹਦੇ ਤੇ ਕਿਵੇਂ ਇਹਨੂੰ ਵਿੰਨ ਸਕਦੇ ਹਨ। ਨਾਨਕ ਕਦਰੀ ਕੋਮ ਲੰਗ। ਤੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹ ਤੇ ਕੇਲੇ ਦੇ ਵਾਂਗ ਜਿਹੜੇ ਭਾਵ ਕੇ ਕੋਮਲ ਕਨ। ਪੌਣ ਜਿਵੇਂ ਦੇ ਖੇਦ। ਤੇ ਜਿਵੇਂ ਹਵਾ ਚੱਲਦੀ ਕੈ ਉਹ ਕੇਲੇ ਦੇ ਪੱਤਿਆਂ ਨੂੰ ਚੀਰ ਦਿੰਦੀ ਕੈ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਹੈ ਉਹ ਕੋਮਲਤਾ ਹੈ। ਸਭਈਆ ਨਾਨਕ ਤਾਤ ਕਹੀ ਤਬ ਬਾਤ ਸੁਨੋ। ਸੋ ਇਸ ਤਰ੍ਹਾਂ ਕਿ ਜਦੋਂ ਇਹ ਸਾਰੇ ਬਚਨ ਕਹੇ ਤੇ ਅੱਗੋਂ ਪਿਤਾ ਜੀ ਕਹਿਣ ਲੱਗੇ ਕਿ ਮੇਰੀ ਵੀ ਤੁਸੀਂ ਗੱਲ ਜਿਹੜੀ ਉਹ ਸੁਣ ਲਵੋ। ਕਰ ਛਾਪ ਹੋਤੀ ਸੁਧ ਨਾਹੀ। ਤੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੱਥ ਵਿੱਚ ਇੱਕ ਲੋਟਾ ਤੇ ਇੱਕ ਛਾਪ ਸੀ। ਮੈਂ ਤੇ ਬਸ ਉਹੀ ਪੁੱਛਣਾ ਕੀਤੀ ਹੈ। ਜਾਣਤ ਨਾਹੇ ਨਾ ਕਾਹੇ ਕਰੀ। ਤੇ ਇਹੀ ਪੁੱਛਿਆ ਹੈ ਕਿ ਕੌਣ ਇਹ ਕਿੱਥੇ ਦੇ ਆਇਓ ਉਹ ਤੁਸੀਂ ਕਿੱਥੇ ਗਵਾ ਦਿੱਤੀਆਂ ਹਨ। ਇਹ ਗੇਰ ਦਈ ਕੇ ਦਈ ਕਿਸ ਪਾਹੀ। ਇਹੀ ਪੁੱਛਿਆ ਕਿ ਕਿਸੇ ਕੋਲ ਸੁੱਟ ਆਇਓ ਜਾਂ ਕਿਸੇ ਨੂੰ ਦੇ ਦਿੱਤੀ ਹੈ ਛਾਪ। ਇਹ ਮੈਂ ਆਪਣੇ ਪੁੱਤਰ ਨੂੰ ਪੁੱਛਣਾ ਕੀਤਾ। ਹੋ ਅਨੁਮਾਨ ਤੇ ਜਾਣਤ ਹੋ ਮਨ। ਸੋ ਇਸ ਤਰ੍ਹਾਂ ਜਿਹੜੀ ਸੀ ਨਾ ਇਹੀ ਗੱਲ ਜਿਹੜੀ ਹੈ ਮੈਂ ਪੁੱਛੀ ਹੈ ਤੇ ਹੋਰ ਕੁਝ ਮੈਂ ਕੁਛ ਨਹੀਂ ਆਖਿਆ। ਵਸਟੀ ਨਿਤ ਫਕੀਰਨ ਕਾਹੀ। ਤੇ ਅੱਗੋਂ ਇਸ ਤਰ੍ਹਾਂ ਪਿਤਾ ਜੀ ਕਹਿੰਦੇ ਕਿ ਰਾਜਾ ਰਾਏ ਬੁਲਾਰ ਜੀ ਮੈਂ ਇਹੀ ਜਾਣਦਾ ਵਾਂ ਕਿ ਇਹਨਾਂ ਦੀ ਜਿਹੜੀ ਹੈ ਨਾ ਫਕੀਰਾਂ ਦੇ ਨਾਲ ਮਹਾਤਮਾ ਦੇ ਨਾਲ ਜਿਹੜੀ ਉਹ ਸਾਂਝ ਹੈ ਤੇ ਲੱਗਦਾ ਹੈ ਕਿ ਉਹਨਾਂ ਫਕੀਰਾਂ ਨੂੰ ਹੀ ਇਹ ਦੇ ਆਏ ਹਨ। ਦੇ ਤਿਨ ਕੋ ਨਾ ਬਤਾਵਤ ਹੈ। ਤੇ ਫਿਰ ਦੇਖ ਕੇ ਇਹ ਅੱਗੋਂ ਦੱਸਦੇ ਵੀ ਨਹੀਂ ਗਏ ਕਿ ਕਿੰਨੇ ਤੇ ਇਹਨਾਂ ਪਰਉਪਕਾਰ ਕਰ ਦਿੱਤਾ ਹੈ। ਉਨ ਤੂਸਨ ਧਾਰਤ ਹੈ ਮੁਖ ਮਾਹੀ। ਤੇ ਫਿਰ ਅੱਗੋਂ ਕੋਈ ਬੋਲ ਨਹੀਂ ਬੋਲਦੇ ਚੁੱਪ ਹੀ ਕਰ ਜਾਂਦੇ ਹਨ। ਹੋ ਕਹਤੇ ਜੇ ਕਮਾਏ ਕੇ। ਤੇ ਇਸ ਤਰ੍ਹਾਂ ਕਹਿਣ ਲੱਗੇ ਜੇ ਕਿਤੇ ਇਹਨਾਂ ਨੇ ਆਪ ਕਮਾਈ ਕਰਕੇ ਭਾਵ ਕਿ ਜੇ ਇਹ ਆਪ ਕਰਦੇ ਸਭ ਕੁਝ। ਆਨਤ ਖੋਬਤ ਹੈ ਨਾ ਵਿਚਾਰ ਕਰਾਹੀ। ਤੇ ਫਿਰ ਕੋਈ ਵਿਚਾਰ ਹੀ ਨਹੀਂ ਸੀ। ਜੇ ਆਪ ਕਮਾਈ ਕੀਤੀ ਹੁੰਦੀ ਤੇ ਗਵਾ ਦਿੱਤਾ ਹੁੰਦਾ ਤੇ ਫਿਰ ਝਗੜਾ ਕਿਸ ਗੱਲ ਦਾ ਹੋਣਾ ਸੀ। ਜੋ ਇਸ ਬੇਸ ਸਮਾਨ ਹੋਤੇ। ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਹਨਾਂ ਦੀ ਉਮਰ ਦੇ ਸਮਾਨ ਹਨ। ਘਰ ਕਾਰ ਸੰਭਾਲ ਲਈ ਸਭ ਤਾਹੀ। ਉਹਨਾਂ ਬੱਚਿਆਂ ਨੇ ਸਾਰੇ ਆਪਣੇ ਜਿਹੜੇ ਘਰ ਦੇ ਕੰਮ ਕਾਰ ਨੇ ਉਹ ਸੰਭਾਲ ਲਏ ਹਨ। ਔਰ ਨ ਜਾਣਤ ਕਾਦ ਕਛੂ। ਪਰ ਇਹ ਜਿਹੜਾ ਨਾ ਕੋਈ ਵੀ ਕੰਮ ਕਰਨਾ ਜਾਣਦੇ ਨਹੀਂ। ਇਹ ਦੇਵਨ ਕੋ ਸਭ ਤੇ ਸਰਸਾਹੀ। ਪਰ ਇਹ ਦੇਣ ਲੱਗਿਆ ਭਾਵ ਕਿ ਸਭ ਤੋਂ ਵੱਡੇ ਪਰਉਪਕਾਰੀ ਬਣਦੇ ਹਨ। ਖਟ ਨਾ ਚਾਹਤ ਮੈਂ ਇਹ ਕੀ ਕਾਬ। ਪਰ ਇਹਨਾਂ ਨੇ ਰਤਾ ਭਰ ਵੀ ਜਿਹੜੀ ਹੈ ਨਾ ਕੋਈ ਕਿਰਤ ਕਮਾਈ ਵਾਲੇ ਪਾਸੇ ਇਹਨਾਂ ਮਨ ਨਹੀਂ ਲਾਇਆ। ਆਪ ਕਮਾਏ ਕੇ ਆਪ ਹੀ ਖਾਹੀ। ਪਰ ਇਸ ਤਰ੍ਹਾਂ ਭਾਵ ਕਿ ਹੁਣ ਨੂੰ ਤਾਂ ਇਹਨਾਂ ਨੂੰ ਚਾਹੀਦਾ ਸੀ ਕਿ ਆਪਣੇ ਪੈਰਾਂ ਤੇ ਖੜੇ ਹੁੰਦੇ
ਤੇ ਆਪ ਹੀ ਕਮਾਈ ਕਰਦੇ, ਭਾਵ ਕੇ ਇਹ ਖਾਂਦੇ। ਰਾਏ ਜੀ ਮੋਹਿ ਗੁਨਾਹ ਵਿਚਾਰ ਹੋ। ਤੋ ਇਸ ਤਰ੍ਹਾਂ ਪਿਤਾ ਜੀ ਜਿਹੜੇ ਸਨ ਨਾ, ਉਹ ਰਾਜਾ ਰਾਏ ਬੁਲਾਰ ਨੂੰ ਕਹਿੰਦੇ, ਇਹਦੇ ਵਿੱਚ ਦੱਸੋ ਮੇਰਾ ਕੀ ਗੁਨਾਹ ਹੈ, ਇਹ ਵਿਚਾਰ ਕਰੋ। ਕੋ ਲਗ ਹੋਏ ਨਿਬਾਹਕ ਆਗੀ। ਤੇ ਕਿੰਨਾ ਸਮਾਂ ਜਿਹੜਾ ਹੈ ਹੁਣ ਫਿਰ ਇਸ ਤਰ੍ਹਾਂ ਨਿਰਬਾਹ ਹੋਏਗਾ ਕਿ ਘਰ ਵਿੱਚ ਅਸੀਂ ਇਸ ਤਰ੍ਹਾਂ ਰਵਾਂਗੇ। ਹਉ ਮਹਿਰੋ ਤਬ ਕੋ ਨਿਭਈਐ। ਤੇ ਇਸ ਤਰ੍ਹਾਂ ਕਹਿਣ ਲੱਗੇ ਕਿ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਨਿਭ ਆ ਸਕਦੀ ਹੈ। ਅਬ ਬੈਸ ਜਵਾਨ ਹੈ ਕਾਰ ਕਮਾਈ। ਹੁਣ ਇਹ ਭਾਵ ਕੇ ਨੌਜਵਾਨ ਹੋ ਚੁੱਕੇ ਨੇ, ਪੈਰਾਂ ਤੇ ਖੜੇ ਹੋ ਗਏ ਨੇ ਤੇ ਇਹਨਾਂ ਨੂੰ ਕੰਮਕਾਰ ਕਰਨਾ ਚਾਹੀਦਾ ਹੈ। ਰਾਏ ਬੁਲਾਰ ਵਿਚਾਰ ਕਹੀ। ਇਸ ਤਰ੍ਹਾਂ ਰਾਜਾ ਰਾਏ ਬੁਲਾਰ ਨੇ ਨਾ ਇਹ ਸਾਰਾ ਕੁਝ ਸੁਣ ਕੇ ਫਿਰ ਵਿਚਾਰ ਕੀਤੀ। ਨਿਤਰਾਰ ਹਵੈ ਤੁਮਰੇ ਕਰ ਮਾਹੀ। ਤੇ ਰਾਜਾ ਰਾਏ ਬੁਲਾਰ ਜੀ ਕਹਿਣ ਲੱਗੇ, ਪਿਤਾ ਜੀ ਤੁਸੀਂ ਇਸੇ ਤਰ੍ਹਾਂ ਹੀ ਜਿਹੜਾ ਨਾ ਉਹ ਝਗੜਾ ਕਰਦੇ ਰਹਿੰਦੇ ਹੋ। ਨਾਨਕ ਕੋ ਅਬ ਧਾਮ ਜੈ ਰਾਮ। ਤੇ ਰਾਜਾ ਰਾਏ ਬੁਲਾਰ ਜੀ ਕਹਿਣ ਲੱਗੇ, ਜੇ ਮੇਰੀ ਗੱਲ ਮੰਨਦੇ ਹੋ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਵ ਕੇ ਤੁਸੀਂ ਭਾਈ ਜੈ ਰਾਮ ਜੀ ਦੇ ਘਰ ਕਹਿਓ ਮਮ ਮਾਨ ਪਠਾਓ ਤਹਾਗੀ। ਇਹਨਾਂ ਨੂੰ ਸੁਲਤਾਨਪੁਰ ਦੇ ਵਿੱਚ ਭਾਵ ਕੇ ਬੇਬੇ ਨਾਨਕੀ ਜੀ ਦੇ ਘਰ ਜਿਹੜਾ ਨਾ ਉਹ ਤੁਸੀਂ ਭੇਜ ਦਿਓ। ਮੈਂ ਤੁਹਾਨੂੰ ਇਹੀ ਗੱਲ ਕਹਿੰਦਾ ਖਾਂ। ਰਿਸ ਸੋ ਦਰਬਾਕ ਕਹੇ ਨਿਤ ਹੀ। ਤੁਸੀਂ ਜਿਹੜੇ ਇਹਨਾਂ ਬੜੇ ਕਠੋਰ ਬਚਨ ਜਿਹੜੇ ਉਹ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਹੋ। ਦੁਖ ਨਾਨਕ ਰੰਜ ਸਦਾ ਕਰ ਮਾਹੀ। ਤੇ ਸਦਾ ਹੀ ਤੁਸੀਂ ਗੁਰੂ ਪਾਤਸ਼ਾਹ ਜੀ ਦੇ ਨਾਲ ਇਸ ਤਰ੍ਹਾਂ ਝਗੜਾ ਕਰਦੇ ਰਹਿੰਦੇ ਹੋ, ਬਾਦ ਵਿਵਾਦ ਹੁੰਦਾ ਏ। ਨਿਹ ਮੇਲ ਬਨੇ ਤੁਮਰੋ ਉਨਕੋ। ਤੇ ਇਸ ਤਰ੍ਹਾਂ ਜਿਹੜਾ ਹੈ ਨਾ ਫਿਰ ਤੁਹਾਡਾ ਜਿਹੜਾ ਮੇਲ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਜੀ ਦੇ ਨਾਲ ਕਿਵੇਂ ਬਣੇਗਾ। ਜਿਵੇਂ ਪੂਰਬ ਪੱਛਮ ਦਵੈ ਨਰ ਜਾਹੀ। ਜਿਵੇਂ ਦੋ ਮਨੁੱਖ ਜਿਹੜੇ ਨੇ ਨਾ, ਇੱਕ ਪੂਰਬ ਨੂੰ ਚਲਾ ਜਾਏ ਤੇ ਇੱਕ ਪੱਛਮ ਨੂੰ ਚਲਾ ਜਾਏ, ਤੇ ਉਹ ਦੋਵੇਂ ਆਪਸ ਵਿੱਚ ਕਦੇ ਵੀ ਮਿਲ ਨਹੀਂ ਸਕਦੇ। ਮਨ ਲੋ ਲਪਤਾ ਤਬ ਤਾਹਿ ਉਦਾਰਤ। ਇਸ ਤਰ੍ਹਾਂ ਕਹਿਣ ਲੱਗੇ ਤੁਹਾਡਾ ਜਿਹੜਾ ਮਨ ਹੈ ਨਾ ਉਹ ਬਹੁਤ ਲੋਭੀ ਹੈ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹ ਸੰਤ ਸੁਭਾਅ ਤੇ ਕਿਰਪਾਲੂ ਹਨ। ਸੰਤ ਸੁਭਾਏ ਸਦਾ ਕਰ ਨਾਹੀ। ਤੇ ਸਦਾ ਹੀ ਉਹ ਕਿਰਪਾ ਦੇ ਘਰ ਨੇ, ਭਾਵ ਕੇ ਕਿਰਪਾਲੂ ਨੇ, ਬਖਸ਼ਿਸ਼ਾਂ ਕਰਨ ਵਾਲੇ ਹਨ। ਪੁਨ ਸੇਵਕ ਭੇਜ ਬੁਲਾਏ ਕੇ। ਇਸ ਤਰ੍ਹਾਂ ਫਿਰ ਬਹੁਤ ਪਿਆਰ ਦੇ ਨਾਲ ਰਾਜਾ ਰਾਏ ਬੁਲਾਰ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਸੇਵਕ ਭੇਜ ਕੇ ਆਪਣੇ ਕੋਲ ਬੁਲਾਇਆ। ਨਾਨਕ ਪਾਸ ਬਸਾਏ ਕੇ ਸਾਦਰ ਪ੍ਰਾਗੀ। ਤੇ ਬਹੁਤ ਪਿਆਰ ਦੇ ਨਾਲ ਫਿਰ ਰਾਜਾ ਰਾਏ ਬੁਲਾਰ ਜੀ ਨੇ ਬਹੁਤ ਪਿਆਰ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਆਪਣੇ ਕੋਲ ਬਿਠਾ ਕੇ ਬੜਾ ਮਾਣ ਸਨਮਾਨ ਕੀਤਾ। ਤੇ ਬਚਨ ਕਹੇ ਨੇ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਗਿਆ ਕਰਦੇ ਕਿ ਭਾਈ ਤੁਸੀਂ ਹੁਣ ਸੁਲਤਾਨਪੁਰ ਜਾਵੋ, ਉਹ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਕਥਾ ਸਰਵਣ ਕਰਾਂਗੇ। ਇੰਨੇ ਬਚਨ ਪ੍ਰਵਾਨ ਕਰਦਿਆਂ ਹੋਇਆਂ ਸ਼ਬਦ ਦੇ ਨਾਲ ਜੁੜੀਏ। ਹੇ ਅਚੁੱਤ ਕੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ, हे पूरन हे सर्ब मैं दुख भंजन गुण तास, हे संगी हे निरंकार हे निर्गुण सब टेक, हे गोबिंद हे गुण निधान जाके सदा विवेक, हे अपरंपर हर हरे हैपी होवन कार, हे संत कै सदा संग निधारा आधार, हे ठाकुर खां दासरो मैं निर्गुण गुण नहीं कोय, नानक दीजै नाम दान राखो कीए परोय, आई प्रभ शरणागति कृपा निध दयाल, एक अखर हर मन बसत नानक होत निहाल,
ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।